ਅੱਜ ਮੈਨੂੰ ਪੂਰੇ 15 ਸਾਲ ਹੋ ਗਏ ਨੇ ਕੈਨੇਡਾ ਆਈ ਨੂੰ। ਬਿੰਦੀ ਨੇ ਬਰੈਡਾਂ ਵਾਲੀ ਟਰੇ ਓਵਨ ਵਿੱਚੋਂ ਕੱਢਦੀ ਨੇ ਆਖਿਆ, ਇਹਨਾਂ 15 ਸਾਲਾਂ ਵਿੱਚ ਤੂੰ ਕਿੰਨੀ ਵਾਰ ਪੰਜਾਬ ਗਈ? ਬੇਕਰੀ ਵਿੱਚ ਨਾਲ ਹੀ ਕੰਮ ਕਰਦੀ ਗਿੰਦਰ ਨੇ ਪੁੱਛਿਆ। ਪਹਿਲਾਂ ਤਾਂ ਹਰ ਸਾਲ ਹੀ ਦੌੜ ਜਾਂਦੀ ਸੀ ਵਿਆਹ ਕਰਾਉਣ ਦੇ ਚਾਅ ਨਾਲ, ਪਰ ਵਿਚਾਰੀ ਦਾ ਅਜੇ ਤੱਕ ਨਹੀਂ ਹੋਇਆ। ਇਹ ਕਹਿ ਕੇ ਕੋਲ ਖੜੋਤੀ ਨਿੰਮੋ ਖਿੜਖੜਾ ਕੇ ਹੱਸ ਪਈ। ਨਿੰਮੋ ਦਾ ਹਾਸਾ ਸੁਣ ਕੇ ਬਿੰਦੀ ਦਾ ਦਿਲ ਕਰੇ ਕਿ ਬੰਨਾਂ ਵਾਲੀ ਭਰੀ ਟਰੇ ਹੀ ਉਸਦੇ ਸਿਰ ਵਿੱਚ ਮਾਰੇ। ਫਿਰ ਵੀ ਆਪਣੇ ਗੁੱਸੇ ਨੂੰ ਲੁਕਾਉਂਦੀ ਹੋਈ ਚੁੱਪ ਹੀ ਰਹੀ। ਬਿੰਦੀ ਜਦੋਂ ਪੰਜਾਬ ਆਪਣੇ ਮਾਂ-ਬਾਪ ਕੋਲ ਵਿਆਹ ਕਰਾਉਣ ਜਾਂਦੀ ਤਾਂ ਉਹ 1-2 ਸਾਲ ਦੀ ਉਡੀਕ ਕਰਨ ਲਈ ਕਹਿ ਦਿੰਦੇ। ਬਿੰਦੀ ਬਹੁਤ ਹੀ ਸਾਊ ਕੁੜੀ ਹੋਣ ਕਾਰਨ ਉਸ ਤਰ੍ਹਾਂ ਹੀ ਮੰਨ ਜਾਂਦੀ। ਜਦੋਂ ਉਸਦੇ ਮਾਸੀ ਮਾਸੜ ਜੀ ਕੈਨੇਡਾ ਆਪਣੇ ਪੁੱਤ ਕੋਲ ਆਏ ਸਨ, ਉਸਨੂੰ ਵੀ ਆਪਣੀ ਧੀ ਬਣਾ ਕੇ ਲਿਆਏ ਸਨ। ਬਹੁਤ ਚਿਰ ਉਹ ਆਪਣੇ ਮਾਸੀ ਮਾਸੜ ਜੀ ਨੂੰ ਹੀ ਆਪਣੇ ਮੰਮੀ ਡੈਡੀ ਦੱਸਦੀ ਰਹੀ। ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ ਸੀ ਕਿ ਉਸਦੇ ਮਾਂ-ਬਾਪ ਪੰਜਾਬ ਵਿੱਚ ਹੀ ਹਨ। ਬਹੁਤ ਦੇਰ ਤੋਂ ਬਿੰਦੀ 2-2 ਸ਼ਿਫਟਾਂ ਕੰਮ ਕਰ ਰਹੀ ਸੀ। ਆਪਣੇ ਖਰਚੇ ਜੋਗੇ ਪੈਸੇ ਕੋਲ ਰੱਖ ਕੇ ਬਾਕੀ ਮਾਂ-ਬਾਪ ਨੂੰ ਭੇਜ ਦਿੰਦੀ। ਪਹਿਲਾਂ ਮਾਸੀ ਮਾਸੜ ਕੋਲ ਰਹਿਣ ਕਰਕੇ ਖਰਚਾ ਵੀ ਬਹੁਤਾ ਨਹੀਂ ਸੀ ਹੁੰਦਾ। ਪਿਛਲੇ ਸਾਲ ਤੋਂ ਹੀ ਕਿਸੇ ਕੁੜੀ ਨਾਲ ਬੇਸਮੈਂਟ ਵਿੱਚ ਰਹਿ ਰਹੀ ਹੈ। ਜਦੋਂ ਬਿੰਦੀ ਦੀ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਹਿਣ ਲੱਗੀ, ਬਿੰਦੀ ਮਿੱਠੀ ਪਿਆਰੀ ਹੋ ਕੇ ਮਾਸੀ ਵਿੱਚ ਹੀ ਰਹੀ ਜਾਂਦੀ, ਤੇਰੇ ਪੈਸੇ ਤਾਂ ਬਚੇ ਰਹਿੰਦੇ। ਬੀਬੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਮਾਸੜ ਜੀ ਆਪਣੇ ਭਤੀਜੇ ਦੇ ਰਿਸ਼ਤੇ ਨੂੰ ਕਹਿੰਦੇ ਆ। ਪੁੱਤ ਲਾਰਾ ਲਾਈ ਜਾਈਦਾ, ਆਪਣਾ ਮਤਲਬ ਕੱਢਣ ਵਾਲੇ ਬਣੀਦਾ ਏ। ਮੇਰੇ ਕੋਲੋਂ ਇਸ ਤਰ੍ਹਾਂ ਨਹੀਂ ਹੁੰਦਾ। ਅੱਛਾ ਚੱਲ ਛੱਡ ਮਾਸੜ ਨੂੰ, ਅਸੀਂ ਤੇਰੇ ਲਈ ਡਾਕਟਰ ਜਾਂ ਵਕੀਲ ਮੁੰਡਾ ਲੱਭਾਂਗੇ। ਐਤਕੀ ਪੈਸੇ ਛੇਤੀ ਭੇਜ ਦਈਂ, ਤੇਰੇ ਵੀਰੇ ਜਿੰਦੂ ਨੂੰ ਪੜ੍ਹਨ ਲਈ ਹੋਸਟਲ ਵਿੱਚ ਪਾਉਣਾ ਆ। ਬਿੰਦੀ ਦੇ ਪੈਸੇ ਨਾਲ ਪਿੰਡ ਵਿੱਚ ਸੋਹਣਾ ਘਰ ਬਣ ਗਿਆ, ਟਰੈਕਟਰ ਆ ਗਿਆ ਤੇ ਭਰਾ ਵੀ ਹੋਸਟਲ ਵਿੱਚ ਪੜ੍ਹਦਾ ਘੱਟ ਤੇ ਮੌਜ ਮਸਤੀ ਜ਼ਿਆਦਾ ਕਰਦਾ। ਅਜੇ ਵੀ ਬਿੰਦੀ ਨਾਲੋਂ ਆਪਣੇ ਮਾਪਿਆਂ ਦਾ ਵੱਧ ਕਰਦੀ, ਪਰ ਜਦੋਂ ਉਸ ਨਾਲ ਕੰਮ ਕਰਦੀਆਂ ਕੁੜੀਆਂ ਇੱਕ ਦੂਜੀ ਨੂੰ ਗੁੰਝੀਆਂ ਟਿੱਚਰਾਂ ਕਰਦੀਆਂ ਤਾਂ ਉਸਦਾ ਵੀ ਦਿਲ ਵਿਆਹ ਕਰਾਉਣ ਨੂੰ ਕਰਦਾ। ਗਿੰਦਰ ਉਸਦਾ ਮੂੰਹ ਦੇਖ ਕੇ ਇਹ ਭੇਦ ਸਮਝ ਜਾਂਦੀ ਤੇ ਕਹਿ ਦਿੰਦੀ, ਬਿੰਦੀ ਆਪਣੇ ਘਰਦਿਆਂ ਤੋਂ ਵਿਆਹ ਦੀ ਆਸ ਲਾ ਛੱਡ। ਉਹਨਾਂ ਨੂੰ ਤਾਂ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਆ। ਉਹਨਾਂ ਸਹਿਜੇ ਕਿਤੇ ਤੇਰਾ ਵਿਆਹ ਨਾ ਕੀਤਾ। ਮੈਂ ਤਾਂ ਇਹਨੂੰ ਬਥੇਰਾ ਕਿਹਾ। ਨਿੰਮੋ ਨੇ ਆਪਣਾ ਦਾ ਦੱਸਿਆ, ਮੇਰਾ ਭਰਾ ਪੰਜਾਬ ਤੋਂ ਮੰਗਾ ਲੈ, ਅਸੀਂ ਰਲ ਮਿਲ ਕੇ ਤੁਹਾਨੂੰ ਘਰ ਲੈ ਦੇਵਾਂਗੇ, ਤੁਸੀਂ ਐਸ਼ ਕਰਿਓ। ਪਰ ਇਹ ਕੰਨ ਹੀ ਨਹੀਂ ਧਰਦੀ। ਮਾਪਿਆਂ ਦੀ ਆਸ ਤੇ ਬੈਠੀ ਨੇ ਬੁੱਢੀ ਹੋ ਜਾਣਾ। ਦੀਦੀ ਤੁਸੀਂ ਮੇਰੇ ਘਰਦਿਆਂ ਦੇ ਖਿਲਾਫ ਕੋਈ ਗੱਲ ਨਾ ਕਰਿਆ ਕਰੋ, ਕਦੀ ਮਾਪੇ ਵੀ ਕੁਮਾਪੇ ਹੋ ਸਕਦੇ ਆ। ਇੱਕ ਹੋਰ ਕੁੜੀ ਬੋਲੀ, ਭੋਲੀਏ ਭੈਣ ਮੇਰੀਏ, ਇਹ ਕਲਯੁਗ ਆ, ਮਤਲਬ ਦੀ ਖਾਤਰ ਬਥੇਰੇ ਮਾਪੇ ਕੁਮਾਪੇ ਹੁੰਦੇ ਵੇਖੇ ਆ। ਅੱਗੇ ਤਾਂ ਸਾਰੇ ਨੂੰਹਾਂ ਦੇ ਦਾਜ ਦੇ ਲਾਲਚੀ ਹੁੰਦੇ ਸਾਂ, ਹੁਣ ਕਈ ਮਾਪੇ ਧੀਆਂ ਦੀ ਕਮਾਈ ਦੇ ਲਾਲਚੀ ਹੋ ਗਏ। ਨਿੰਮੋ ਨੇ ਵੀ ਆਪਣੀ ਸੋਚ ਦੱਸੀ। ਬਿੰਦੀ ਉਹਨਾਂ ਦੀਆਂ ਗੱਲਾਂ ਅਣਸੁਣੀਆਂ ਕਰਦੀ ਲਗਾਤਾਰ ਕੰਮ ਕਰੀ ਗਈ। ਕਾਫੀ ਚਿਰ ਕੈਨੇਡਾ ਵਿੱਚ ਰਹਿਣ ਕਰਕੇ ਭਾਵੇਂ ਉਸਦੇ ਰਹਿਣ ਸਹਿਣ ਵਿੱਚ ਕੋਈ ਫਰਕ ਨਹੀਂ ਸੀ ਆਇਆ, ਪਰ ਵਿਚਾਰਾਂ ਵਿੱਚ ਥੋੜਾ ਬਹੁਤਾ ਅੰਤਰ ਆ ਹੀ ਗਿਆ ਸੀ। ਇਸ ਲਈ ਉਸਨੇ ਇੱਕ ਵਾਰੀ ਆਪਣੀ ਮਾਂ ਤੋਂ ਸਿੱਧਾ ਹੀ ਪੁੱਛ ਲਿਆ, ਬੀਬੀ ਤੁਸੀਂ ਮੇਰੇ ਵਿਆਹ ਬਾਰੇ ਕੁਝ ਸੋਚਿਆ ਜਾਂ ਫਿਰ ਮੈਨੂੰ ਆਪ ਹੀ? ਨਾ ਪੁੱਤ, ਚੰਗੇ ਘਰਾਂ ਦੀਆਂ ਕੁੜੀਆਂ ਇਸ ਤਰ੍ਹਾਂ ਨਹੀਂ ਗੱਲਾਂ ਕਰਦੀਆਂ। ਮਾਂ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਕਹਿ ਦਿੱਤਾ, ਵਿਆਹ ਤਾਂ ਤੇਰਾ ਅਸੀਂ ਗੱਜ ਵੱਜ ਕੇ ਕਰਾਂਗੇ, ਬਸ ਧੀਰਜ ਰੱਖ। ਧੀਰਜ ਰੱਖਦੀ ਬਿੰਦੀ ਕੰਮ ਤੋਂ ਛੁੱਟੀ ਵੀ ਘੱਟ ਹੀ ਕਰਦੀ। ਸਮੇਂ ਤੇ ਥਕਾਵਟ ਨੇ ਉਸਦੇ ਚਿਹਰੇ ਤੇ ਪਹਿਲਾਂ ਵਾਲੀ ਗੱਲ ਹੀ ਨਹੀਂ ਸੀ ਰਹਿਣ ਦਿੱਤੀ। ਉਸਦੀਆਂ ਅੱਖਾਂ ਦੁਆਲੇ ਕਾਰੇ ਘੇਰੇ ਹੋਣ ਕਾਰਨ ਲੱਗ ਪਏ, ਮੂੰਹ ਉੱਪਰ ਛਾਈਆਂ ਵੀ ਪੈ ਗਈਆਂ। ਕਦੀ ਇਹ ਸੋਚ ਕੇ ਉਸ ਤੇ ਭਾਰੂ ਹੋ ਜਾਂਦੀ ਕਿ ਕੰਮ ਨਾਲ ਕਰਦੀਆਂ ਕੁੜੀਆਂ ਦੀਆਂ ਗੱਲਾਂ ਠੀਕ ਹਨ, ਉਸਦੇ ਮਾਪੇ ਉਹਦੀ ਕਮਾਈ ਨਾਲ ਲਾਲਚੀ ਬਣ ਚੁੱਕੇ ਹਨ। ਕੰਮ ਤੇ ਪਹੁੰਚੀ ਬਿੰਦੀ ਨੂੰ ਗਿੰਦਰ ਕਹਿਣ ਲੱਗੀ, ਤੈਨੂੰ ਆਖਰੀ ਵਾਰ ਰਿਸ਼ਤੇ ਲਈ ਕਹਿਣ ਲੱਗੀ ਆ। ਮੇਰੀ ਭੂਆ ਦਾ ਮੁੰਡਾ ਰਫੂਜੀ ਆਇਆ ਏ, ਬਹੁਤ ਚੰਗਾ ਆ, ਇੱਕ ਵਾਰੀ ਨਿਗਾਹ ਤਾਂ ਮਾਰ ਲਾ। ਅੱਛਾ ਚੱਲ ਕਰ ਲੈ ਗੱਲ ਆਪਣੀ ਭੂਆ ਦੇ ਮੁੰਡੇ ਨਾਲ। ਪਤਾ ਨਹੀਂ ਬਿੰਦੀ ਦੇ ਮੂੰਹੋਂ ਕਿਵੇਂ ਨਿਕਲ ਗਿਆ। ਅੱਜ ਫਿਰ ਉਸਦੀ ਢਲਦੀ ਉਮਰ ਆਪ ਹੀ ਬੋਲ ਉੱਠੀ, ਐਤਕੀ ਤੂੰ ਵਿਚੋਲਣ ਬਣ ਹੀ ਜਾ, ਤੂੰ ਵਿਚੋਲਣ ਬਣਾਉਣ ਵਾਲੀ ਤਾਂ ਬਣ। ਗਿੰਦਰ ਨੇ ਸੋਟੀ ਥਾਂ ਤੇ ਵੱਜੀ ਦੇਖ ਕੇ ਕਿਹਾ, ਤੂੰ ਦੱਸ ਕਦੋਂ ਮਿਲਾਵਾਂ ਆਪਣੇ ਹੀਰੇ ਵਰਗੇ ਭਰਾ ਨਾਲ? ਆਉਂਦੇ ਵੀਕਐਂਡ ਤੇ ਕਰ ਲਈਏ ਮੁਲਾਕਾਤ। ਠੀਕ ਆ, ਤੂੰ 1 ਵਜੇ ਸਾਡੇ ਘਰ ਆ ਜਾਵੀਂ। ਮੈਂ ਤੇਰੇ ਘਰ ਨਹੀਂ ਆਉਣਾ, ਤੂੰ ਉਸਨੂੰ ਲੈ ਕੇ ਮੇਰੀ ਮੇਸਮੈਂਟ ਵਿੱਚ 1 ਵਜੇ ਆ ਜਾਵੀਂ। ਕੋਈ ਨਹੀਂ ਅਸੀਂ ਆ ਜਾਵਾਂਗੇ।
ਗਿੰਦਰ ਤਾਂ ਹਰ ਗੱਲ ਖੁਸ਼ੀ ਨਾਲ ਮੰਨ ਰਹੀ ਸੀ ਤਾਂ ਜੋ ਉਸਦੀ ਭੂਆ ਦਾ ਪੁੱਤ ਕਿਸੇ ਤਰ੍ਹਾਂ ਫ੍ਰੀ ਹੋ ਜਾਵੇ। ਐਤਵਾਰ ਨੂੰ ਗਿੰਦਰ ਮੁੰਡੇ ਨੂੰ ਨਾਲ ਲੈ ਕੇ ਬਿੰਦੀ ਦੀ ਬੇਸਮੈਂਟ 'ਤੇ ਜਾ ਪੁੱਜੀ। ਬਿੰਦੀ ਦੇ ਨਾਲ ਰਹਿੰਦੀ ਕੁੜੀ ਨੇ ਹੀ ਦਰਵਾਜ਼ਾ ਖੋਲ੍ਹਿਆ। ਬਿੰਦੀ ਸੰਗਦੀ ਜੀ ਕਮਰੇ ਤੋਂ ਬਾਹਰ ਆਈ। ਮੁੰਡਾ ਉਸਨੂੰ ਬਣਦਾ ਤਣਦਾ ਲੱਗਿਆ। ਸਮੋਸੇ ਤੇ ਬਰਫੀ ਦੀ ਪਲੇਟਾਂ ਮੇਜ਼ ਉੱਤੇ ਰੱਖ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਕੁਰਸੀ ਤੇ ਬੈਠ ਗਈ। ਗਿੰਦਰ ਨੇ ਗੱਲ ਤੋਰੀ, ਭਾਈ ਹੁਣ ਮੈਂ ਤੁਹਾਨੂੰ ਆਮਣੇ ਸਾਹਮਣੇ ਕਰ ਦਿੱਤਾ ਹੈ, ਤੁਸੀਂ ਆਪ ਹੀ ਇੱਕ ਦੂਜੇ ਦੀ ਪੁੱਛ ਪੜਤਾਲ ਕਰ ਲਵੋ। ਤੁਸੀਂ ਕਿਹੜੇ ਕਾਲਜ ਪੜ੍ਹੇ ਹੋ? ਮੁੰਡੇ ਨੇ ਸਵਾਲ ਕੀਤਾ। ਮੈਂ ਤਾਂ 10ਵੀਂ ਤੱਕ ਹੀ ਪੜ੍ਹੀ ਹਾਂ। ਇਸ ਤਰ੍ਹਾਂ ਹੋਰ 2-4 ਰਸਮੀ ਗੱਲਾਂ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ 3 ਸਾਲ ਬਿੰਦੀ ਤੋਂ ਛੋਟਾ ਹੈ। ਚਾਹ ਪਾਣੀ ਪੀਣ ਤੋਂ ਬਾਅਦ ਜੂਠੇ ਭਾਂਡੇ ਚੁੱਕ ਕੇ ਬਿੰਦੀ ਕਿਚਨ ਵਿੱਚ ਚਲੀ ਗਈ। ਉਸਦੇ ਜਾਣ ਤੋਂ ਬਾਅਦ ਮੁੰਡੇ ਨੇ ਹੌਲੀ ਜਿਹੀ ਗਿੰਦਰ ਨੂੰ ਕਿਹਾ, ਭੈਣ ਕੁੜੀ ਤਾਂ ਠੀਕ ਹੀ ਆ, ਜਿੰਨੀ ਉਮਰ ਤੂੰ ਦੱਸਦੀ ਹੈ ਉਸ ਤੋਂ ਵੀ ਕਾਫੀ ਵੱਡੀ ਲੱਗਦੀ ਹੈ। ਤੂੰ ਉਮਰ ਦੇਖਣੀ ਹੈ ਜਾਂ ਕੈਨੇਡਾ ਵਿੱਚ ਪੱਕਾ ਹੋਣਾ ਆ? ਇਹ ਵੀ ਠੀਕ ਆ, ਫਿਰ ਤੂੰ ਕਰਦੇ ਹਾਂ, ਬਾਕੀ ਬਾਅਦ ਵਿੱਚ ਦੇਖੀ ਜਾਊਗੀ। ਬਿੰਦੀ ਨੂੰ ਗਿੰਦਰ ਨੇ ਦੱਸਿਆ, ਕੱਕੂ ਕਹਿੰਦਾ ਹੈ ਕਿ ਉਸ ਲਈ ਤਾਂ ਸਭ ਕੁਝ ਠੀਕ ਹੈ, ਤੂੰ ਦੱਸ। ਮੈਨੂੰ ਇੱਕ ਵਾਰੀ ਇੰਡੀਆ ਫੋਨ ਕਰਨਾ ਪੈਣਾ ਆ। ਹਾਂ ਭਾਈ, ਤੂੰ ਆਪਣੇ ਮਾਪਿਆਂ ਨੂੰ ਫੋਨ ਕਰ ਦਵੀਂ, ਉਹ ਭੂਆ ਦੇ ਪਿੰਡ ਜਾ ਕੇ ਆਪਣੀ ਤਸੱਲੀ ਕਰ ਲੈਣ। ਤਸੱਲੀ ਦੀ ਤਾਂ ਕੋਈ ਗੱਲ ਨਹੀਂ, ਮੇਰਾ ਮਤਲਬ ਵੀ ਇੱਕ ਵਾਰੀ। ਮੈਂ ਸਮਝ ਗਈ ਤੇਰੀ ਗੱਲ, ਗਿੰਦਰ ਨੇ ਵਿੱਚੋਂ ਹੀ ਟੋਕਦੇ ਕਿਹਾ। ਇੱਦਾਂ ਦੇ ਕੰਮਾਂ ਵਿੱਚ ਮਾਪਿਆਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ। ਵੈਸੇ ਅਗਲੇ ਮਹੀਨੇ ਮੈਂ ਵੀ ਪੰਜਾਬ ਨੂੰ ਜਾ ਰਹੀ ਹਾਂ, ਬਿੰਦੀ ਦੇ ਨਾਲ ਹੀ ਰਹਿੰਦੀ ਬੇਸਮੈਂਟ ਵਾਲੀ ਕੁੜੀ ਨੇ ਕਿਹਾ। ਮੈਂ ਤੁਹਾਡੇ ਪਿੰਡ ਜਾ ਕੇ ਸਾਰੀ ਗੱਲ ਦੱਸ ਦੇਵਾਂਗੀ, ਜਿਵੇਂ ਤੁਹਾਨੂੰ ਚੰਗਾ ਲੱਗੇ ਉਸ ਤਰ੍ਹਾਂ ਕਰ ਲੈਣਾ, ਜਿੰਦਰ ਨੇ ਕਿਹਾ। ਫਿਰ ਮੈਨੂੰ ਛੇਤੀ ਦੱਸ ਦਿਓ। ਛੇਤੀ ਹੀ ਗਿੰਦਰ ਕੱਕੂ ਨੂੰ ਲੈ ਕੇ ਚਲੀ ਗਈ। ਬਿੰਦੀ ਨੂੰ ਦੇਖਣ ਤੋਂ ਮੁੰਡਾ ਚੰਗਾ ਲੱਗਾ ਸੀ, ਪਰ ਵਿੱਚੋਂ ਉਸਦਾ ਮਨ ਡਰਦਾ ਵੀ ਸੀ ਕਿ ਕੋਈ ਧੋਖਾ ਹੀ ਨਾ ਹੋ ਜਾਵੇ। ਗਿੰਦਰ ਨੇ ਉਸਨੂੰ ਕਿਹਾ ਸੀ ਕਿ ਅਜੇ ਕੰਮ ਤੇ ਰਿਸ਼ਤੇ ਬਾਰੇ ਗੱਲ ਨਾ ਕਰੇ। ਭਾਵੇਂ ਗਿੰਦਰ ਨੇ ਮਨਾ ਕੀਤਾ ਸੀ, ਫਿਰ ਵੀ ਬਿੰਦੀ ਨੇ ਸੀਤੋ ਨੂੰ ਸਭ ਦੱਸ ਦਿੱਤਾ ਤੇ ਨਾਲ ਹੀ ਆਪਣਾ ਸ਼ੱਕ ਵੀ ਜ਼ਾਹਰ ਕੀਤਾ। ਸੀਤੋ, ਮੁੰਡਾ ਦੇਖਣ ਨੂੰ ਤਾਂ ਚੰਗਾ ਲੱਗਾ, ਹੋਰ ਨਾ ਪੱਕਾ ਹੋ ਕੇ ਮੈਨੂੰ ਧੋਖਾ ਦੇ ਜਾਵੇ, ਇਸ ਬਾਰੇ ਤਾਂ ਕੋਈ ਵੀ ਕੁਝ ਨਹੀਂ ਕਹਿ ਸਕਦਾ, ਸੀਤੋ ਨੇ ਜਵਾਬ ਦਿੱਤਾ। ਪੰਜਾਬ ਤੋਂ ਕਿੰਨੇ ਮੁੰਡੇ ਕੁੜੀਆਂ ਇੱਧਰ ਆਉਣ ਦੀ ਖਾਤਰ ਖੁਸ਼ੀ-ਖੁਸ਼ੀ ਵਿਆਹ ਕਰ ਲੈਣਗੇ, ਤੈਨੂੰ ਪਤਾ ਹੀ ਹੈ। ਕਈ ਇਹ ਫਿਰ ਇੱਧਰ ਆ ਕੇ ਕੀ ਕਰਦੇ ਨੇ, ਇੱਧਰ ਆ ਕੇ ਫਿਰ ਉਹ ਸ਼ਕਲਾਂ, ਉਮਰਾਂ ਤੇ ਰੰਗ ਰੂਪ ਨੂੰ ਕੋਖਣ ਲੱਗ ਪੈਣਗੇ। ਬਿੰਦੀ ਦੇ ਨਾਲ ਹੀ ਬ੍ਰੈਡ ਵਾਲੇ ਰੈਕ ਨੂੰ ਏਡੀ ਜ਼ੋਰ ਦੀ ਧੱਕ ਕੇ ਪਰਾਂ ਕੀਤਾ, ਜਿਵੇਂ ਧੋਖਾ ਦੇਣ ਵਾਲਿਆਂ ਦਾ ਗੁੱਸਾ ਰੈਕ ਤੇ ਲਾਇਆ ਹੋਵੇ। ਤੈਨੂੰ ਆਪਣਾ ਘਰ ਵਸਾਉਣ ਲਈ ਰਿਸਕ ਤਾਂ ਲੈਣਾ ਹੀ ਪੈਣਾ, ਸੀਤੋ ਨੇ ਬ੍ਰੈਡਾਂ ਵਾਲੇ ਓਵਨ ਦਾ ਬਟਨ ਦਬਾਉਂਦੀ ਨੇ ਕਿਹਾ। ਵੈਸੇ ਅੱਜ ਕੱਲ੍ਹ ਦੇ ਬਹੁਤੇ ਵਿਆਹਾਂ ਵਿੱਚ ਹੀ ਰਿਸਕ ਹੁੰਦਾ ਹੈ, ਤੇਰੀ ਤਾਂ ਉਮਰ ਹੀ। ਬਾਕੀ ਗੱਲ ਸੀਤੋ ਨੇ ਮੂੰਹ ਵਿੱਚ ਹੀ ਰੱਖ ਲਈ, ਜਿਵੇਂ ਉਸਨੂੰ ਡਰ ਹੋਵੇ ਜ਼ਿਆਦਾ ਉਮਰ ਕਹਿਣ ਤੇ ਬਿੰਦੀ ਗੁੱਸਾ ਹੀ ਨਾ ਕਰ ਲਵੇ। ਗੱਲ ਪਲਟਾਉਣ ਲਈ ਉਸਨੇ ਫਿਰ ਕਿਹਾ, ਚੱਲ ਤੂੰ ਕਿਸੇ ਵੀ ਗੱਲ ਦੀ ਵਰੀ ਨਾ ਕਰ, ਆਪਣੇ ਪਿੰਡ ਫੋਨ ਕਰਕੇ ਘਰਦਿਆਂ ਦੀ ਸਲਾਹ ਜ਼ਰੂਰ ਲੈ ਲਈ। ਐਤਕੀ ਤਾਂ ਭਾਵੇਂ ਉਹ ਨਾ ਵੀ ਕਰਨ, ਪਰ ਮੈਂ ਹਾਂ ਹੀ ਕਰ ਦੇਣੀ ਹੈ, ਬਿੰਦੀ ਨੇ ਆਪਣੇ ਮਨ ਵਿੱਚ ਕਿਹਾ। ਬਥੇਰੀ ਵਾਰੀ ਉਹਨਾਂ ਨੂੰ ਪੁੱਛਿਆ, ਹੋਰ ਕਿੰਨੀ ਕੁ ਢੀਠ ਬਣੀ ਜਾਵਾਂ। ਉਹੋ ਹੀ ਗੱਲ ਹੋਈ। ਜਦੋਂ ਬਿੰਦੀ ਨੇ ਫੋਨ ਕੀਤਾ ਤਾਂ ਘਰਦਿਆਂ ਦਾ ਜਵਾਬ ਸੀ, ਅਸੀਂ ਤਾਂ ਸ਼ਹਿਰ ਕੋਠੀ ਬਣਾਉਣੀ ਸ਼ੁਰੂ ਕੀਤੀ ਹੋਈ ਹੈ। ਸਾਡਾ ਖਿਆਲ ਸੀ ਕਿ ਕੋਠੀ ਪੂਰੀ ਹੋਣ ਤੋਂ ਬਾਅਦ ਅਸੀਂ ਤੇਰੇ ਲਈ ਵਧੀਆ ਰਿਸ਼ਤਾ ਲੱਭ ਕੇ ਨਵੀਂ ਕੋਠੀ ਵਿੱਚ ਤੇਰਾ ਵਿਆਹ ਕਰਾਂਗੇ। ਇਹ ਗੱਲ ਸੁਣ ਕੇ ਬਿੰਦੀ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਹੌਲੀ ਜਿਹੀ ਸਿਰਫ ਇਹ ਹੀ ਕਿਹਾ, ਕੋਈ ਨਹੀਂ, ਤੁਸੀਂ ਆਪਣੀ ਕੋਠੀ ਪੂਰੀ ਕਰ ਲਓ, ਬਾਕੀ ਗੱਲ ਮੈਂ ਫਿਰ ਕਿਤੇ ਕਰ ਲਵਾਂਗੀ। ਨਾਲ ਹੀ ਉਸਨੇ ਫੋਨ ਰੱਖ ਦਿੱਤਾ। ਬਿੰਦੀ ਨੇ ਆਪਣੇ ਕੋਲੋਂ ਗੱਲ ਬਣਾ ਕੇ ਗਿੰਦਰ ਨੂੰ ਫੋਨ ਕਰ ਦਿੱਤਾ ਕਿ ਘਰਦਿਆਂ ਨਾਲ ਗੱਲ ਹੋ ਗਈ ਹੈ। ਉਹਨਾਂ ਕਿਹਾ ਹੈ ਕਿ ਜਿਵੇਂ ਤੇਰੀ ਮਰਜ਼ੀ ਤੂੰ ਉਸ ਤਰ੍ਹਾਂ ਹੀ ਕਰ। ਅੰਨਾ ਕੀ ਭਾਲੇ 2 ਅੱਖਾਂ। ਗਿੰਦਰ ਨੇ ਮਹੀਨੇ ਦੇ ਅੰਦਰ ਹੀ ਨੱਠ ਭੱਜ ਕਰਕੇ 2-4 ਬੰਦੇ ਗੁਰਦੁਆਰੇ ਸੱਦ ਕੇ ਬਿੰਦੀ ਦਾ ਤੇ ਕੱਕੂ ਦਾ ਵਿਆਹ ਕਰਵਾ ਦਿੱਤਾ। ਥੋੜਾ ਚਿਰ ਤਾਂ ਵਿਆਹ ਬਹੁਤ ਵਧੀਆ ਚੱਲਿਆ, ਪਰ ਜਿਉਂ ਹੀ ਕੱਕੂ ਪੱਕਾ ਹੋਇਆ ਤਿਉਂ ਉਸਨੂੰ ਕੈਨੇਡਾ ਆਪਣਾ ਲੱਗਣ ਲੱਗ ਪਿਆ। ਬਿੰਦੀ ਭਾਵੇਂ ਉਸ ਤੋਂ 3 ਸਾਲ ਵੱਡੀ ਸੀ, ਪਰ ਉਸਨੂੰ 10 ਸਾਲ ਵੱਡੀ ਲੱਗਣ ਲੱਗੀ। ਬਿੰਦੀ ਬਾਹਰ ਕੰਮ ਕਰਕੇ ਆ ਕੇ ਘਰ ਦਾ ਵੀ ਸਾਰਾ ਕੰਮ ਕਰੇ। ਕੱਕੂ ਪਾਣੀ ਦਾ ਗਲਾਸ ਵੀ ਆਪ ਨਾ ਭਰੇ, ਪਰ ਬਿੰਦੀ ਨੇ ਫਿਰ ਵੀ ਆਪਣਾ ਘਰ ਬਣਾਈ ਰੱਖਣ ਲਈ ਪੂਰਾ ਯਤਨ ਕੀਤਾ। ਕੱਕੂ ਨੇ ਵਿੱਚੋਂ ਵਿੱਚ ਇਰਾਦਾ ਕਰ ਲਿਆ ਸੀ ਕਿ ਬਿੰਦੀ ਨੂੰ ਤਲਾਕ ਦੇ ਕੇ ਪੰਜਾਬ ਤੋਂ ਹਲਕੀ ਜਿਹੀ ਸੋਹਣੀ ਸੁਨੱਖੀ ਕੁੜੀ ਲੈ ਕੇ ਆਵੇਗਾ। ਬਿੰਦੀ ਨੇ ਗਿੰਦਰ ਕੋਲ ਵੀ ਸ਼ਿਕਾਇਤ ਕੀਤੀ ਕਿ ਕੱਕੂ ਉਸਨੂੰ ਬਿਨਾਂ ਵਜ੍ਹਾ ਤੰਗ ਕਰਦਾ ਰਹਿੰਦਾ ਹੈ।
ਗਿੰਦਰ ਨੇ 2-4 ਵਾਰੀ ਗੱਲ ਕੱਕੂ ਨਾਲ ਕੀਤੀ ਵੀ ਉਹ ਉਸ ਉੱਤੇ ਕੋਈ ਅਸਰ ਨਾ ਹੋਇਆ। ਅਗਲੀ ਵਾਰ ਬਿੰਦੀ ਨੇ ਫੋਨ ਕੀਤਾ ਤਾਂ ਉਸਨੇ ਸਾਫ਼ ਜਵਾਬ ਦੇ ਦਿੱਤਾ, ਭਾਈ ਮੈਂ ਹੁਣ ਕੀ ਕਰ ਸਕਦੀ ਹਾਂ, ਇਹ ਤਾਂ ਕੱਕੂ ਦੀ ਮਰਜ਼ੀ ਹੈ ਕਿ ਉਸਨੇ ਕੀ ਕਰਨਾ ਹੈ। ਇਹ ਸੁਣ ਕੇ ਬਿੰਦੀ ਨੂੰ ਗੁੱਸਾ ਚੜ੍ਹ ਗਿਆ। ਭਰੀ ਪੀਤੀ ਗਿੰਦਰ ਨੂੰ ਕਹਿਣ ਲੱਗੀ, ਜਦੋਂ ਭਰਾ ਨੂੰ ਪੱਕਾ ਕਰਵਾਉਣਾ ਸੀ ਉਦੋਂ ਕਿਹਦੀ ਮਰਜ਼ੀ ਚੱਲੀ ਸੀ। ਸ਼ੁਕਰ ਕਰ ਤੇਰਾ ਸੰਜੋਗ ਤਾਂ ਮੈਂ ਬਣਾਤਾ, ਨਹੀਂ ਤਾਂ ਹੋਰ ਤੈਨੂੰ ਅੱਧ ਬੁੱਢ ਨੂੰ ਕੌਣ ਲੈਣ ਲੱਗਾ ਸੀ। ਹੁਣ ਤੈਨੂੰ ਅੱਧ ਬੁੱਢ ਦਿਸਦੀ ਆ। ਜਦੋਂ ਮੇਰੇ ਮਗਰ ਮਗਰ ਰਿਸ਼ਤੇ ਲਈ ਫਿਰਦੀ ਸੀ ਚੇਤਾ ਭੁੱਲ ਗਈ। ਤੂੰ ਹੈ ਜਿਉਂ ਹੂਰ ਪਰੀ ਤੇਰੇ ਮਗਰ ਫਿਰਦੀ ਸਾਂ। ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ। ਕਾਫੀ ਦੇਰ ਇੱਕ ਦੂਜੇ ਨਾਲ ਮੇਹਣੋ ਮੇਹਣੀ ਹੁੰਦੀਆਂ ਰਹੀਆਂ, ਪਰ ਗੱਲ ਕਿਸੇ ਯਤਨ ਵੀ ਨਾ ਸਿਰੇ ਚੜੀ, ਸਗੋਂ ਵਿਗੜ ਗਈ। ਕੱਕੂ ਛੇਤੀ ਹੀ ਬਿੰਦੀ ਵਾਲੀ ਬੇਸਮੈਂਟ ਛੱਡ ਕੇ ਕਿਤੇ ਹੋਰ ਚਲਾ ਗਿਆ। ਬਿੰਦੀ ਨੂੰ ਕੁਝ ਪਤਾ ਨਾ ਲੱਗੇ ਕਿ ਉਹ ਆਪਣੀ ਮਦਦ ਲਈ ਕਿਸ ਨੂੰ ਆਵਾਜ਼ ਮਾਰੇ। ਕੰਮ ਤੇ ਜਾਣ ਨੂੰ ਵੀ ਉਸਦਾ ਦਿਲ ਨਾ ਕਰੇ ਕਿ ਕਿਹੜਾ ਮੂੰਹ ਲੈ ਕੇ ਜਾਏ। ਉਸਨੇ ਕੰਮ ਤੇ ਫੋਨ ਕਰਕੇ ਦੱਸਿਆ ਕਿ ਉਹ ਬਿਮਾਰ ਹੈ, ਇੱਕ ਵੀਕ ਕੰਮ ਤੇ ਨਹੀਂ ਆ ਸਕਦੀ। ਗਿੰਦਰ ਨੂੰ ਉਸਦੇ ਖਿਲਾਫ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ। ਕਦੀ ਸੋਚਦੀ ਮਾਸੀ ਦਾ ਦੱਸਿਆ ਰਿਸ਼ਤਾ ਕਰ ਲੈਂਦੀ ਤਾਂ ਸ਼ਾਇਦ ਦੁੱਖ ਨਾ ਪਾਉਂਦੀ। ਮਾਸੀ ਵੀ ਉਸ ਨਾਲ ਇਸ ਕਰਕੇ ਹੀ ਗੁੱਸੇ ਹੋਈ ਸੀ। ਮਾਪਿਆਂ ਨਾਲ ਵੀ ਉਸਦੀ ਉਦੋਂ ਹੀ ਟੁੱਟ ਗਈ ਸੀ ਜਦੋਂ ਉਸਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸਨੇ ਵਿਆਹ ਕਰਵਾ ਲਿਆ ਹੈ, ਤਾਂ ਪਿਓ ਨੇ ਉਸੇ ਵੇਲੇ ਕਹਿ ਦਿੱਤਾ ਸੀ, ਅੱਜ ਤੋਂ ਤੂੰ ਸਾਡੇ ਲਈ ਮਰ ਗਈ ਤੇ ਅਸੀਂ ਤੇਰੇ ਲਈ। ਅਜਿਹਾ ਸਭ ਕੁਝ ਸੋਚਦੀ ਤਾਂ ਰਾਤ ਰੋਂਦੀ ਦੀ ਨਿਕਲ ਜਾਂਦੀ। ਇਹਨਾਂ ਸੋਚਾਂ ਵਿੱਚ ਇੰਨੀ ਘਿਰ ਗਈ ਕਿ 4-5 ਦਿਨ ਘਰੋਂ ਨਾ ਨਿਕਲੀ। ਸਾਹਮਣੇ ਘਰ ਵਾਲੀ ਬੇਸਮੈਂਟ ਵਿੱਚ ਫਿਜ਼ੀ ਤੋਂ ਆਈ ਕੁਸ਼ਲਿਆ ਆਂਟੀ ਬਿੰਦੀ ਨੂੰ ਜਾਂਦੀ ਆਉਂਦੀ ਦੇਖਦੀ ਰਹਿੰਦੀ ਸੀ। ਬਹੁਤ ਵਾਰੀ ਇੱਕ ਦੂਜੀ ਨੂੰ ਹਾਏ ਬਾਏ ਵੀ ਕਰਦੀਆਂ ਸਨ। ਅੱਜ 5ਵੇਂ ਦਿਨ ਵੀ ਉਸਨੂੰ ਬਿੰਦੀ ਨਾ ਦਿਸੀ ਤਾਂ ਉਸਨੇ ਆਪ ਬੇਸਮੈਂਟ ਦਾ ਦਰਵਾਜ਼ਾ ਖੜਕਾਇਆ। ਬਿੰਦੀ ਸੋਫੇ ਤੋਂ ਉੱਠ ਕੇ ਮਸੀਂ ਦਰਵਾਜ਼ੇ ਤੱਕ ਗਈ। ਕੁਸ਼ਲਿਆ ਆਂਟੀ ਨੂੰ ਦੇਖ ਕੇ ਉਸਨੂੰ ਪਤਾ ਨਹੀਂ ਕੀ ਹੋਇਆ, ਉਹ ਆਂਟੀ ਦੇ ਮੋਢੇ ਨਾਲ ਲੱਗ ਕੇ ਉੱਚੀ ਉੱਚੀ ਰੋਣ ਲੱਗੀ। ਬਾਤ ਤੋਂ ਬਤਾ ਕਿਆ ਹੁਆ, ਆਂਟੀ उसकी पिठ पलोसती हुई बोली। एक तो ये कंट्री भी ऐसा है कि किसी के पास दूसरे की बात पूछने का समा नहीं होता। रो मत, मुझे बात बता। बिंदी फिर भी रोंदी रही। जहाँ तो किसी के घर क्या हो रहा है पड़ोस तक खबर नहीं होती। आंटी फिर आप ही बोली, जब पुलिस का गाड़ी शोर मचाता आता है तब ही पता चलता है। ਜਦੋਂ ਬਿੰਦੀ ਦਾ ਰੋਣਾ ਥੰਮਿਆ ਤਾਂ ਉਸਨੇ ਆਪਣੀ ਦੁੱਖ ਭਰੀ ਕਹਾਣੀ ਆਂਟੀ ਨੂੰ ਦੱਸੀ। ਆਂਟੀ ਨੇ ਉਸਨੂੰ ਆਪਣੇ ਗਲ ਨਾਲ ਲਾ ਲਿਆ। ਉਸ ਵੇਲੇ ਬਿੰਦੀ ਨੂੰ ਆਂਟੀ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਜਾਪੀ। ਹੌਲੀ ਹੌਲੀ ਦੋਨੋਂ ਆਪਸ ਵਿੱਚ ਇੰਨੀਆਂ ਹੇਲ-ਮੇਲ ਹੋ ਗਈਆਂ ਕਿ ਮਾਂ ਧੀ ਦੀ ਤਰ੍ਹਾਂ ਰਹਿਣ ਲੱਗੀਆਂ। ਦੋਵਾਂ ਨੇ ਸਲਾਹ ਕਰਕੇ ਇੱਕ ਸਾਂਝੀ ਬੇਸਮੈਂਟ ਲੈ ਲਈ। ਬਿੰਦੀ ਦਾ ਬੇਕਰੀ ਵਿੱਚ ਕੰਮ ਕਰਨ ਨੂੰ ਦਿਲ ਨਾ ਕੀਤਾ। ਆਂਟੀ ਨੇ ਆਪਣੇ ਨਾਲ ਹੀ ਉਸਨੂੰ ਕੰਮ ਤੇ ਰਖਾ ਲਿਆ। ਕਲਾਸਾਂ ਲਗਾ ਕੇ ਸਿੱਖੀ ਇੰਗਲਿਸ਼ ਨੇ ਬਿੰਦੀ ਨੂੰ ਇਸ ਕੰਮ ਉੱਪਰ ਬਹੁਤ ਫਾਇਦਾ ਦਿੱਤਾ। ਕੰਮ ਦੇ ਉੱਪਰ ਗੋਰੇ ਗੋਰੀਆਂ ਹੀ ਕੰਮ ਕਰਦੇ ਹੋਣ ਕਾਰਨ ਬਿੰਦੀ ਦਾ ਖੁੱਲਾ ਮਾਹੌਲ ਮਹਿਸੂਸ ਕਰਦੀ। ਜੌਨ ਨਾਲ ਤਾਂ ਉਹ ਕੁਝ ਜ਼ਿਆਦਾ ਹੀ ਘੁਲ ਮਿਲ ਗਈ। ਕੰਮ ਤੋਂ ਕਈ ਵਾਰੀ ਉਹਨਾਂ ਨੂੰ ਰਾਈਡ ਵੀ ਦਿੰਦਾ। ਬਿੰਦੀ ਜਦੋਂ ਕਿਸੇ ਪਾਰਟੀ ਵਿੱਚ ਜਾਂਦੀ ਤਾਂ ਉਸਨੂੰ ਲੱਗਦਾ ਜਿਵੇਂ ਲੋਕੀ ਉਸ ਵੱਲ ਉਂਗਲਾਂ ਕਰ ਕਰ ਗੱਲਾਂ ਕਰ ਰਹੇ ਹੋਣ। ਕਈ ਪੰਜਾਬੀ ਮਰਦ ਉਸਨੂੰ ਇੰਜ ਵੇਖਦੇ ਜਿਵੇਂ ਉਸਦੀ ਕੋਈ ਇੱਜ਼ਤ ਹੀ ਨਾ ਹੋਵੇ। ਉਹ ਸਾਰੀਆਂ ਗੱਲਾਂ ਜੌਨ ਨੂੰ ਜ਼ਰੂਰ ਦੱਸਦੀ। ਜੌਨ ਉਸਨੂੰ ਪੂਰੀ ਇੱਜ਼ਤ ਦਿੰਦਾ। ਬਿੰਦੀ ਵੀ ਆਪਣਾ ਜ਼ਿਆਦਾ ਸਮਾਂ ਜੌਨ ਨਾਲ ਵੀ ਬਿਤਾਉਣ ਲੱਗੀ। ਕੁਸ਼ਲਿਆ ਆਂਟੀ ਇਹ ਸਭ ਦੇਖ ਕੇ ਖੁਸ਼ ਹੁੰਦੀ, ਪਰ ਬਿੰਦੀ ਫਿਰ ਵੀ ਸਮਾਜ ਤੋਂ ਡਰਦੀ ਆਂਟੀ ਨਾਲ ਗੱਲ ਕਰਦੀ। ਆਂਟੀ गोरे के साथ मुझे देखकर अब तो अपने लोग मैनू बिल्कुल भी पसंद नहीं करते होंगे। अपने लोगों ने तुझे किया ही दिया, आंटी बोल दी। जब तू दुख में थी तो किसी ने तेरा बात पूछा, अब तू अपने लोगों के बारे में क्यों सोचती है। जॉन गोरा है पर तेरा कितना ख्याल करता है। आंटी जे तो मैं भी सोचती हूँ। जॉन बहुत देर से मेरे साथ काम कर रहा है। अच्छा है इसकी बीवी भाग गई। हाँ बताया था उसने। ਕੱਕੂ ਨੇ ਪਹਿਲਾਂ ਜਦੋਂ ਬਿੰਦੀ ਨੂੰ ਤਲਾਕ ਦੇ ਪੇਪਰ ਭੇਜੇ ਸਨ ਤਾਂ ਬਿੰਦੀ ਨੇ ਦਸਤਖਤ ਨਹੀਂ ਸਨ ਕੀਤੇ। ਹੁਣ ਬਿੰਦੀ ਨੇ ਆਪ ਦਸਤਖਤ ਕਰਕੇ ਪੇਪਰ ਕੱਕੂ ਨੂੰ ਭੇਜ ਦਿੱਤੇ। ਅੱਜ ਬਿੰਦੀ ਦਾ ਜਨਮ ਦਿਨ ਸੀ। ਜੌਨ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ। ਉਹ ਬਿੰਦੀ ਲਈ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ। ਉਸਨੇ ਜਦੋਂ ਬਿੰਦੀ ਨੂੰ ਹੈਪੀ ਬਰਥਡੇ ਟੂ ਯੂ ਕਿਹਾ ਤਾਂ ਬਿੰਦੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਜ਼ਿੰਦਗੀ ਵਿੱਚ ਪਹਿਲੀ ਵਾਰੀ ਕੋਈ ਉਸਦਾ ਜਨਮ ਦਿਨ ਮਨਾ ਰਿਹਾ ਸੀ। ਆਂਟੀ ਤੋਂ ਪੁੱਛ ਕੇ ਜੌਨ ਬਾਹਰ ਉਸਨੂੰ ਖਾਣੇ ਤੇ ਵੀ ਲੈ ਗਿਆ। ਬਿੰਦੀ ਜਦੋਂ ਮੁੜ ਕੇ ਆਈ ਤਾਂ ਆਂਟੀ ਨੇ ਉਸਨੂੰ ਸਿੱਧਾ ਕਹਿ ਦਿੱਤਾ, जॉन के साथ शादी रचा लो। आंटी क्या हो गया आपको। मैं ठीक कहती हूँ, अब तुझे अपना तो कोई शादी करेगा नहीं, जॉन करेगा, हंसती हुई बिंदी ने कहा। इसके बारे में मैं उससे बात कर रखा है। वो मेरे नाल क्यों ब्याह करेगा।
वो बोलता है, इंडियन बीवी खाना बहुत अच्छा बनाता है, किचन का सब काम अकेले ही कर लेता है, पति की इज्जत भी बहुत करता है। आंटी दे दिते 2-3 कारण सुन के बिंदी चुप होके शर्मा गई। आंटी ने पता नहीं जॉन ਨਾਲ ਕੀ ਗੱਲ ਕੀਤੀ। ਉਸਨੇ ਸਵੇਰੇ ਹੀ ਬੇਸਮੈਂਟ ਦਾ ਦਰਵਾਜ਼ਾ ਖੜਕਾ ਦਿੱਤਾ। ਬਿੰਦੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬਿੰਦੀ ਦੇ ਪੈਰਾਂ ਵਿੱਚ ਗੋਡਿਆਂ ਭਾਰ ਹੁੰਦਾ ਇੱਕ ਛੋਟੀ ਜਿਹੀ ਮੁੰਦੀ ਕੱਢ ਕੇ ਬੋਲਿਆ, ਵਿਲ ਯੂ ਮੈਰੀ ਮੀ? ਬਿੰਦੀ ਨੇ ਪਿੱਛੇ ਮੁੜ ਕੇ ਆਂਟੀ ਵੱਲ ਦੇਖਿਆ ਤਾਂ ਉਹ ਮੁਸਕਰਾ ਰਹੀ ਸੀ। ਬਿੰਦੀ ਦਾ ਧਿਆਨ ਫਿਰ ਵੀ ਆਪਣਿਆਂ ਵੱਲ ਚਲਾ ਗਿਆ ਤਾਂ ਉਸਨੂੰ ਲੱਗਾ ਉਸਦੇ ਮਾਂ-ਪਿਓ, ਕੱਕੂ, ਮਾਸੀ, ਮਾਸੜ, ਕੰਮ ਕਰਦੀਆਂ ਕੁੜੀਆਂ ਸਭ ਆਪਣੇ ਮਤਲਬ ਲਈ ਉਸਨੂੰ ਵਰਤਣ ਲਈ ਆਪਣੇ ਹਥਿਆਰ ਤਿੱਖੇ ਕਰ ਰਹੇ ਹੋਣ। ਉਸਨੇ ਇੱਕਦਮ ਕਿਹਾ, ਯੈਸ। ਜੌਨ ਨੇ ਲਿਆਂਦੀ ਮੁੰਦੀ ਉਸਦੀ ਉਂਗਲ ਵਿੱਚ ਪਾ ਦਿੱਤੀ। ਆਂਟੀ ਨੇ ਦੋਨੋਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਜੌਨ ਨਾਲ ਵਿਆਹ ਕਰਾਉਣ ਤੋਂ ਬਾਅਦ ਉਹ ਆਪਣੇ ਪੁਰਾਣੇ ਕੰਮ 'ਤੇ ਗਈ। ਜੌਨ ਦਾ ਹੱਥ ਫੜ ਕੇ ਕੁੜੀਆਂ ਦੇ ਸਾਹਮਣੇ ਦੀ ਲੰਘੀ ਤਾਂ ਸਾਰੀਆਂ ਦੇਖਦੀਆਂ ਰਹਿ ਗਈਆਂ। ਪਰ ਗਿੰਦਰ ਬੋਲ ਉੱਠੀ, ਹਾਏ ਨੀ, ਇਹਨੇ ਗੋਰੇ ਨਾਲ ਵਿਆਹ ਕਰਵਾ ਲਿਆ? ਹਾਂ ਕਰਵਾ ਲਿਆ। ਤੂੰ ਦੱਸ ਤੈਨੂੰ ਕੀ ਤਕਲੀਫ ਆ? ਬਿੰਦੀ ਨੇ ਪਿੱਛੇ ਮੁੜ ਕੇ ਜਵਾਬ ਦਿੱਤਾ, ਤੇਰੇ ਭਰਾ ਵਾਂਗ ਕਿਸੇ ਮਤਲਬ ਲਈ ਨਹੀਂ ਕਰਵਾਇਆ। ਇਹ ਕਰਵਾਇਆ ਕਹਿ ਕੇ ਬਿੰਦੀ ਅਗਾਂਹ ਹੋ ਤੁਰੀ। ਦੂਜੀ ਬੋਲੀ, ਕੁੜੇ ਗੋਰਾ ਵੀ ਦੇਖ ਕਿੱਦਾਂ ਦਾ ਲੱਭਿਆ, ਹੁਣ ਤਾਂ ਆਪ ਵੀ ਬਥੇਰੀ ਨਿਖਰੀ ਫਿਰਦੀ ਆ। ਬਿੰਦੀ ਨੂੰ ਇਹ ਗੱਲਾਂ ਸੁਣ ਕੇ ਲੱਗਾ ਜਿਸ ਕਾਰਨ ਕਰਕੇ ਉਹ ਜਾਣ ਕੇ ਜੌਨ ਨੂੰ ਉਹਨਾਂ ਦੇ ਸਾਹਮਣੇ ਲੈ ਕੇ ਆਈ ਸੀ ਉਹ ਪੂਰਾ ਹੋ ਗਿਆ। ਪਿੱਛੋਂ ਫਿਰ ਇੱਕ ਹੋਰ ਆਵਾਜ਼ ਆਈ, ਹਾਂ ਕੁੜੇ, ਗੋਰੇ ਨਾਲ ਕਿਉਂ ਚਲੀ ਗਈ? ਇਹ ਸੁਣ ਕੇ ਬਿੰਦੀ ਦਾ ਦਿਲ ਕੀਤਾ ਕਿ ਉਹ ਉੱਚੀ ਉੱਚੀ ਬੋਲ ਕੇ ਜਵਾਬ ਦੇਵੇ, ਇਸ ਇੱਜ਼ਤ ਅਤੇ ਅਣਖ ਵਾਲੇ ਸਮਾਜ ਨੂੰ ਕੀ, ਮੈਂ ਕਿਉਂ ਗਈ ਗੋਰੇ ਨਾਲ? ਪਰ ਬਿੰਦੀ ਨੇ ਇਸ ਆਵਾਜ਼ ਦੀ ਕੋਈ ਪਰਵਾਹ ਨਾ ਕੀਤੀ। ਉਹ ਜੌਨ ਦੀ ਬਾਂਹ ਫੜੀ ਬਰੈਡਾਂ ਵਾਲੀਆਂ ਟਰੇਆਂ ਵਿੱਚੋਂ ਦੀ ਗੁਜ਼ਰਦੀ ਹੋਈ ਬੇਕਰੀ ਵਿੱਚੋਂ ਬਾਹਰ ਨਿਕਲ ਗਈ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਜੀ।